सत श्री अकाल जी सारिਆਂ ਨੂੰ। मैं ਤੁਹਾਡਾ अपना सतनाम सिंह कैंथ एक बार फिर हाज़र हाँ आधुनिक पंजाबी काव ਦੀ ਲੜੀ ਨੂੰ ਅੱਗੇ ਤੋਰਦੇ ਹੋਏ। ਹੁਣ ਤੱਕ ਆਪਾਂ ਪਹਿਲੇ ਦੌਰ ਦੇ ਕਵੀ ਅਤੇ ਦੂਜੇ ਦੌਰ ਦੇ ਆਪਣੇ ਪਹਿਲੇ ਕਵੀ ਜਿਹੜੇ ਹੈਗੇ ਸੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਉਹਦੇ ਉੱਤੇ ਵਿਚਾਰ ਚਰਚਾ ਕਰ ਚੁੱਕੇ ਹਾਂ। ਅੱਜ ਆਪਾਂ ਦੂਜੇ ਦੌਰ ਦੇ ਦੂਸਰੇ ਕਵੀ ਗਿਆਨੀ ਹੀਰਾ ਸਿੰਘ ਦਰਦ ਜੀ ਬਾਰੇ ਜਾਣਨ ਦਾ ਯਤਨ ਕਰਾਂਗੇ। ਅਗਰ ਇਹਨਾਂ ਦੀ ਗੱਲ ਕਰੀਏ ਹੀਰਾ ਸਿੰਘ ਦਰਦ ਦੀ, ਤਾਂ ਇਹਨਾਂ ਨੇ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਇਹ ਇੱਕ ਧਾਰਮਿਕ ਅਤੇ ਦੇਸ਼ ਭਗਤੀ ਨੂੰ ਅਪਣਾਉਣ ਵਾਲੇ ਵਿਅਕਤੀ ਸਨ। ਭਾਵ ਇਹਨਾਂ ਨੇ ਆਪਣੀ ਚੜ੍ਹਦੀ ਜਵਾਨੀ ਵਿੱਚ ਹੀ ਧਾਰਮਿਕ ਅਤੇ ਦੇਸ਼ ਭਗਤੀ ਭਾਵਾਂ ਵਾਲੀਆਂ ਰਚਨਾਵਾਂ ਜਾਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਬਾਅਦ ਵਿੱਚ ਇਹਨਾਂ ਨੇ ਸਿੱਖ ਧਰਮ ਤਾਂ ਅਪਣਾਇਆ ਹੀ, ਜਿਵੇਂ ਕਿ ਧਾਰਮਿਕ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਸਿੱਖ ਧਰਮ ਤਾਂ ਇਹਨਾਂ ਨੇ ਅਪਣਾਇਆ ਹੀ, ਪਰ ਨਾਲ ਇਹ ਕੀ ਹੋਇਆ, ਇਹਨਾਂ ਨੇ ਦੇਸ਼ ਦੇ ਲਈ ਇਹਨਾਂ ਅੰਦਰ ਜਜ਼ਬਾ ਪੈਦਾ ਹੋਇਆ, ਤਾਂ ਇਹਨਾਂ ਨੇ ਆਪਣੀ ਗ੍ਰਿਫਤਾਰੀ ਵੀ ਦਿੱਤੀ, ਯਾਨੀ ਕਿ ਪ੍ਰਗਤੀਸ਼ੀਲਤਾ ਦੇ ਵੀ ਥੋੜ੍ਹੇ ਜਿਹੇ ਧਾਰਨੀ ਹੋਏ ਇਹ। ਇਸ ਕਰਕੇ ਇਹਨਾਂ ਦੀ ਕੋਈ ਇੱਕ ਪ੍ਰਮੁੱਖ ਪ੍ਰਵਿਰਤੀ ਸਪੈਸ਼ਲ ਨਹੀਂ ਬਣਦੀ ਹੈਗੀ। ਅਗਰ ਆਪਾਂ, ਕਿਉਂਕਿ ਇਹ ਪਹਿਲਾਂ ਧਾਰਮਿਕਤਾ ਦੀ ਗੱਲ ਕਰਦੇ ਨੇ, ਦੇਸ਼ ਭਗਤੀ ਦੀ ਗੱਲ ਕਰਦੇ ਨੇ, ਫਿਰ ਥੋੜ੍ਹਾ ਜਿਹਾ ਪ੍ਰਗਤੀਵਾਦੀ ਹੁੰਦੇ ਨੇ, ਕਿਉਂਕਿ ਗ੍ਰਿਫਤਾਰੀ ਦਿੰਦੇ ਨੇ। ਇਹ ਭਾਰਤ ਛੱਡੋ ਅੰਦੋਲਨ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਨੂੰ। ਹੁਣ ਪਰ ਫਿਰ ਜੇ ਇੱਕ ਪ੍ਰਵਿਰਤੀ ਆਪਾਂ ਇਹਨਾਂ ਦੀ ਵੱਜਣੀ ਹੋਵੇ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੇ ਰਾਜਸੀ ਚੇਤਨਾ ਪ੍ਰਵਿਰਤੀ ਅਪਣਾਈ। ਰਾਜਸੀ ਚੇਤਨਾ ਅਸਲ 'ਚ ਉਹ ਗੱਲ ਹੁੰਦੀ ਹੈ ਜਿਹਦੇ ਵਿੱਚ ਮੁੱਖ ਤੌਰ 'ਤੇ ਦੋ ਪੱਖ ਆ ਜਾਂਦੇ ਨੇ। ਇੱਕ ਤਾਂ ਕਲਾ, ਇਨਸਾਨ ਦੀ ਕਲਾ ਜਿਹੜੀ ਹੁੰਦੀ ਹੈ ਉਹ ਆ ਜਾਂਦਾ। ਦੂਸਰਾ ਪੱਖ ਜਿਹੜਾ ਹੁੰਦਾ ਹੈ ਉਹਦੀ ਵਿਚਾਰਧਾਰਾ ਆ ਜਾਂਦੀ ਆ। ਤਾਂ ਇਹ ਦੋਨੇ ਪੱਖ ਇਹਨਾਂ ਦੇ ਦੇਖੇ ਗਏ ਨੇ। ਕਲਾ ਤੋਂ ਮੈਂ ਇੱਥੇ ਆਰਟ ਤੋਂ ਇਹਨਾਂ ਦਾ ਆਪਣਾ ਤਰੀਕਾ ਹੀ ਕਹਾਂਗਾ, ਜਾਂ ਵਿਚਾਰਧਾਰਾ ਹੀ ਤੁਸੀਂ ਲੈ ਕੇ ਚੱਲ ਸਕਦੇ ਹੋ। ਇਹਨਾਂ ਦੀ ਆਪਣੀ ਵਿਚਾਰਧਾਰਾ ਸੀ, ਜਿਸ ਕਰਕੇ ਰਾਜਸੀ ਚੇਤਨਾ ਦੀ ਪ੍ਰਵਿਰਤੀ ਦੇ ਪਰਨਾਏ ਹੋਏ ਵਿਅਕਤੀ ਇਹਨਾਂ ਨੂੰ ਮੰਨਿਆ ਜਾਂਦਾ ਹੈ। ਕਿਉਂਕਿ ਕੋਈ ਇੱਕੋ ਪੱਖ ਭਾਰੂ ਨਹੀਂ ਰਿਹਾ। ਜੇ ਇੱਕੋ ਪੱਖ ਭਾਰੂ ਰਹਿੰਦਾ ਤਾਂ ਆਪਾਂ ਇਹਨਾਂ ਨੂੰ ਉਸ ਪ੍ਰਵਿਰਤੀ 'ਚ ਵੱਜ ਦਿੰਦੇ, ਆਪਾਂ ਫਿਰ ਪ੍ਰਗਤੀਵਾਦੀ ਕਹਿ ਦਿੰਦੇ, ਜਾਂ ਫਿਰ ਕੋਈ ਹੋਰ ਪ੍ਰਵਿਰਤੀ ਜਾਂ ਰਹੱਸਵਾਦੀ ਪ੍ਰਵਿਰਤੀ ਕਹਿ ਦਿੰਦੇ ਕਿ ਇਹਨਾਂ ਨੇ ਅਪਣਾਈ। ਪਰੰਤੂ ਅਜਿਹਾ ਕੁਝ ਨਹੀਂ ਸੀ। ਇਹ ਪਹਿਲਾਂ ਧਾਰਮਿਕਤਾ ਨੂੰ ਅਪਣਾਇਆ ਇਹਨਾਂ ਨੇ, ਉਸ ਦੀਆਂ ਕਵਿਤਾਵਾਂ ਲਿਖੀਆਂ, ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖੀਆਂ। ਫਿਰ ਇਹਨਾਂ ਨੇ ਜਿਹੜੀਆਂ ਸਮਾਜ ਦੀ ਸਮੱਸਿਆਵਾਂ ਸੀ ਉਹਦੇ ਵਾਸਤੇ ਅੰਦੋਲਨ 'ਚ ਹਿੱਸਾ ਲਿਆ, ਭਾਰਤ ਛੱਡੋ ਅੰਦੋਲਨ 'ਚ, ਜਿੱਥੇ ਇਹਨਾਂ ਦੀ ਗ੍ਰਿਫਤਾਰੀ ਵੀ ਹੋਈ। ਤਾਂ ਜਿਸ ਕਰਕੇ ਇਹਨਾਂ ਨੂੰ ਪ੍ਰਗਤੀਸ਼ੀਲ ਲਹਿਰ ਦੇ ਵਿੱਚ ਵੀ ਯੋਗਦਾਨ ਪਾਉਣ ਦਾ ਮੌਕਾ ਮਿਲਿਆ। ਉੱਥੇ ਵੀ ਇਹ ਪਿੱਛੇ ਨਹੀਂ ਹਟੇ, ਤਾਂ ਪ੍ਰਗਤੀਸ਼ੀਲਤਾ ਦੀ ਵਿਧਾਰਨੀ ਹੋਏ। ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਨੂੰ ਆਪਾਂ ਰਾਜਸੀ ਚੇਤਨਾ ਦੀ ਪ੍ਰਵਿਰਤੀ ਦੇ ਅਧੀਨ ਰੱਖਾਂਗੇ। ਉਮੀਦ ਹੈ ਇਹ ਪੱਖ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ, ਕਿਉਂਕਿ ਗਿਆਨੀ ਹੀਰਾ ਸਿੰਘ ਦਰਦ ਬਾਰੇ ਵਿਦਿਆਰਥੀ ਬਹੁਤ ਕਨਫਿਊਜ਼ ਹੁੰਦੇ ਨੇ ਕਿ ਸਰ ਇਹ ਕਿਹੜੀ ਪ੍ਰਵਿਰਤੀ ਜਾਂਦੇ ਨੇ। ਤਾਂ ਮੈਂ ਤੁਹਾਨੂੰ ਸਪਸ਼ਟ ਕਰ ਰਿਹਾ ਕਿ ਇਹ ਰਾਜਸੀ ਚੇਤਨਾ ਪ੍ਰਵਿਰਤੀ ਦੇ ਅਧੀਨ ਆਉਂਦੇ ਨੇ, ਕਿਉਂਕਿ ਇਹਨਾਂ ਦੀ ਆਪਣੀ ਵਿਚਾਰਧਾਰਾ ਇੱਕ ਵੱਖਰੀ ਵਿਚਾਰਧਾਰਾ ਸੀ। ਕੋਈ ਪੱਖ ਇੱਕ ਭਾਰੂ ਨਹੀਂ ਸੀ ਇਹਨਾਂ ਉੱਤੇ। ਚਲੋ, ਪ੍ਰਵਿਰਤੀ ਦੀ ਗੱਲ ਕਰਨ ਤੋਂ ਬਾਅਦ ਹੁਣ ਅਗਰ ਗੱਲ ਕਰੀਏ ਤਾਂ ਇਹਨਾਂ ਦੇ ਜਨਮ ਤੋਂ ਸਟਾਰਟ ਕਰ ਲੈਂਦੇ ਹਾਂ ਆਪਾਂ। ਫਿਰ ਅੱਗੇ ਜਿਵੇਂ ਵੱਧਦੇ ਜਾਵਾਂਗੇ ਤਾਂ ਇਹਨਾਂ ਦੇ ਸੰਗ੍ਰਹਿਾਂ ਦੀ ਗੱਲ ਕਰਾਂਗੇ, ਕਾਵਿ ਸੰਗ੍ਰਹਿਾਂ ਦੀ ਵੀ, ਅਤੇ ਕੁਝ ਹੋਰ ਖਾਸ ਨੁਕਤੇ ਵੀ ਦੱਸਾਂਗਾ ਤੁਹਾਨੂੰ ਮੈਂ। ਤਾਂ ਗਿਆਨੀ ਹੀਰਾ ਸਿੰਘ ਦਰਦ ਦਾ ਜਿਹੜਾ ਜਨਮ ਮੰਨਿਆ ਜਾਂਦਾ ਹੈ ਉਹ 1887 ਈਸਵੀ ਨੂੰ ਇਹਨਾਂ ਦਾ ਜਨਮ ਹੋਇਆ। 11 ਫਰਵਰੀ 1887 ਨੂੰ ਕਗਰੋਟ ਨਾਮ ਦਾ ਪਿੰਡ ਸੀ ਅਤੇ ਰਾਵਲਪਿੰਡੀ ਜ਼ਿਲ੍ਹਾ ਪੈਂਦਾ ਸੀ ਜਿੱਥੇ ਇਹਨਾਂ ਦਾ ਜਨਮ ਹੋਇਆ। ਜਨਮ
ਦੇ ਸੰਬੰਧ ਦੇ ਵਿੱਚ ਇੱਕ ਅੰਕੜਾ ਹੋਰ ਮਿਲਦਾ ਹੈ। ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਨੂੰ ਆਧਾਰ ਬਣਾਇਆ ਜਾਵੇ ਤਾਂ ਇਹ 1887 ਦੀ ਥਾਂ 'ਤੇ 1899 ਅੰਕੜਾ ਮਿਲਦਾ ਹੈ। ਇਸ ਕਰਕੇ ਤੁਸੀਂ ਦੋਵੇਂ ਅੰਕੜੇ ਯਾਦ ਰੱਖਣੇ ਨੇ, 1887 ਵੀ ਅਤੇ 1899 ਵੀ। ਪਿਤਾ ਸ਼੍ਰੀ ਇਹਨਾਂ ਦੇ ਜਿਨ੍ਹਾਂ ਦਾ ਨਾਮ ਸੀ ਹਰੀ ਸਿੰਘ ਨਿਰੰਕਾਰੀ ਅਤੇ ਮਾਤਾ ਜੀ ਬੀਬੀ ਕਰਤਾਰ ਕੌਰ ਜੀ ਸਨ। ਇਹਨਾਂ ਦਾ ਪਰਿਵਾਰ ਜਾਂ ਪਿਛੋਕੜ ਦੀ ਗੱਲ ਕਰੀਏ ਤਾਂ ਇਹ ਬ੍ਰਾਹਮਣ ਪਰਿਵਾਰ ਤੋਂ ਸਨ, ਹਿੰਦੂ ਪਰਿਵਾਰ ਤੋਂ ਕਹਿ ਸਕਦੇ ਹਾਂ, ਬ੍ਰਾਹਮਣ ਪਰਿਵਾਰ ਤੋਂ ਕਹਿ ਸਕਦੇ ਹਾਂ, ਜੋ ਕਿ ਰਾਵਲਪਿੰਡੀ ਆ ਕੇ ਵਸਿਆ ਸੀ ਸਾਰਾ ਪਰਿਵਾਰ ਇਹਨਾਂ ਦਾ। ਪਰ ਬਾਅਦ ਵਿੱਚ ਇਹਨਾਂ ਨੇ ਖੁਦ ਨੇ ਪਿਛੋਕੜ ਬ੍ਰਾਹਮਣ ਜਾਂ ਹਿੰਦੂ ਹੋਣ ਦੇ ਬਾਵਜੂਦ ਇਹਨਾਂ ਨੇ ਖੁਦ, ਯਾਨੀ ਕਿ ਹੀਰਾ ਸਿੰਘ ਦਰਦ ਨੇ ਖੁਦ ਸਿੱਖ ਧਰਮ ਨੂੰ ਅਪਣਾ ਲਿਆ ਸੀ। ਰਾਵਲਪਿੰਡੀ ਦੌਰਾਨ ਇਹਨਾਂ ਨੇ ਸਕੂਲ ਦੀ ਪੜ੍ਹਾਈ ਕੀਤੀ ਅਤੇ ਇਹਨਾਂ ਨੇ ਪੜ੍ਹਾਈ ਕਰਨ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀ ਨੌਕਰੀ ਕੀਤੀ। ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਇਹ ਅਧਿਆਪਕ ਵੀ ਲੱਗੇ, ਅਧਿਆਪਕ ਦੀ ਨੌਕਰੀ ਵੀ ਕੀਤੀ ਇਹਨਾਂ ਨੇ, ਕਲਰਕ ਦੀ ਨੌਕਰੀ ਵੀ ਕੀਤੀ ਇਹਨਾਂ ਨੇ। ਤਾਂ ਇਸ ਤਰ੍ਹਾਂ 2-3 ਕਿੱਤਿਆਂ ਵਿੱਚ ਇਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ। ਇੱਕ ਹਿਸਾਬ ਨਾਲ 2-3 ਰੁਜ਼ਗਾਰ ਖਾਤਰ 2-3 ਕਿੱਤੇ ਅਪਣਾਏ ਇਹਨਾਂ ਨੇ, ਕਲਰਕ, ਅਧਿਆਪਕ ਆਪਾਂ ਕਹਿ ਸਕਦੇ ਹਾਂ। ਸਟੱਡੀ ਦੇ ਵਿੱਚ, ਪੜ੍ਹਾਈ ਦੇ ਵਿੱਚ ਗੱਲ ਕਰੀਏ ਤਾਂ ਇਹਨਾਂ ਨੇ ਗਿਆਨੀ ਦੀ ਪ੍ਰੀਖਿਆ ਵੀ ਪਾਸ ਕੀਤੀ ਅਤੇ ਇਹਨਾਂ ਬਾਰੇ ਖੁਦ ਕਿਹਾ ਜਾਂਦਾ ਕਿ ਇਹਨਾਂ ਨੇ ਸਵੈ ਅਧਿਐਨ ਦੇ ਵਿਖੜੇ ਮਾਰਗ ਦੇ ਇਹ ਇੱਕ ਰਾਹੀ ਬਣੇ। ਮਤਲਬ ਇਹਨਾਂ ਨੇ ਆਪਣਾ ਮਾਰਗ, ਵਿਖੜਾ ਮਾਰਗ, ਜਾਣੀ ਕਿ ਇੱਕ ਕਠਿਨ ਮਾਰਗ ਇਹਨਾਂ ਨੇ ਆਪ ਚੁਣਿਆ, ਇਹਨਾਂ ਦੀ ਵਿਚਾਰਧਾਰਾ ਆਪ ਚੁਣੀ ਆਪਣੀ। ਇਸੇ ਕਰਕੇ ਸ਼ੁਰੂ ਵਿੱਚ ਹੀ ਕਿਹਾ ਗਿਆ ਕਿ ਇਹ ਰਾਜਸੀ ਚੇਤਨਾ ਪ੍ਰਵਿਰਤੀ ਦੇ ਧਾਰਨੀ ਸਨ। ਸ਼ੁਰੂਆਤੀ ਦੌਰ ਵਿੱਚ ਜਦੋਂ ਇਹਨਾਂ ਨੇ ਧਾਰਮਿਕ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਇਹਨਾਂ ਨੇ ਆਪਣੇ ਨਾਮ ਦੇ ਨਾਲ ਗਿਆਨੀ ਹੀਰਾ ਸਿੰਘ ਦੇ ਨਾਲ ਦਰਦ ਤਖੱਲਸ਼ ਵਰਤਿਆ। ਯਾਦ ਰੱਖਣਾ ਤੁਸੀਂ, ਚੜ੍ਹਦੀ ਜਵਾਨੀ ਦੇ ਸਮੇਂ ਇਹਨਾਂ ਨੇ ਦਰਦ ਤਖੱਲਸ਼ ਵਰਤ ਕੇ ਕਵਿਤਾਵਾਂ ਲਿਖੀਆਂ ਅਤੇ ਉਹ ਕਵਿਤਾਵਾਂ ਮੁੱਖ ਤੌਰ 'ਤੇ ਧਾਰਮਿਕ ਅਤੇ ਦੇਸ਼ ਭਗਤੀ ਨਾਲ ਸੰਬੰਧ ਰੱਖਦੀਆਂ ਸਨ। ਪਹਿਲੀ ਵਾਰ ਅਗਰ ਗੱਲ ਕਰੀਏ ਕਿ ਪਹਿਲੀ ਵਾਰ ਇਹਨਾਂ ਨੇ ਦਰਦ ਤਖੱਲਸ਼ ਕਿਸ ਕਵਿਤਾ ਵਿੱਚ ਵਰਤਿਆ ਜਾਂ ਕਦੋਂ ਵਰਤਿਆ ਤਾਂ 1922 ਵਿੱਚ ਇਹਨਾਂ ਨੇ ਇੱਕ ਕਵਿਤਾ, ਇਹਨਾਂ ਦੀ ਲੰਬੀ ਕਵਿਤਾ, ਉਹ ਸਾਰੇ ਧੂਮ ਪੈ ਗਈ ਤੇਰੇ ਨਾਮ ਦੀ, ਸਾਰੇ ਧੂਮ ਪੈ ਗਈ ਤੇਰੇ ਨਾਮ ਦੀ ਨਾਮਕ ਲੰਬੀ ਕਵਿਤਾ ਦੇ ਵਿੱਚ ਇਹਨਾਂ ਨੇ ਪਹਿਲੀ ਵਾਰ ਦਰਦ ਤਖੱਲਸ਼ ਦੀ ਵਰਤੋਂ ਕੀਤੀ। ਇਸ ਕਵਿਤਾ ਦੀ ਕਾਫੀ ਸ਼ਲਾਘਾ ਵੀ ਹੋਈ, ਖਾਸ ਤੌਰ 'ਤੇ ਗਿਆਨੀ ਈਸਰ ਸਿੰਘ ਅਤੇ ਤੇਜਾ ਸਿੰਘ ਨੇ ਬੜੀ ਸ਼ਲਾਘਾ ਕੀਤੀ, ਪ੍ਰਸ਼ੰਸਾ ਕੀਤੀ। ਅਗਰ 1922 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਦਰਦ ਤਖੱਲਸ਼ ਦੀ ਥਾਂ 'ਤੇ ਦਰਦ ਨਾਮ ਦਾ ਤਖੱਲਸ਼ ਵਰਤਦੇ ਸੀ, ਦਰਦ ਦੀ ਥਾਂ 'ਤੇ ਦੁਖੀਆ ਨਾਮ ਦਾ ਤਖੱਲਸ਼ ਵਰਤਦੇ ਸੀ। ਇਹ 1922 ਤੋਂ ਪਹਿਲਾਂ ਜਿਹੜੀਆਂ ਇਹਨਾਂ ਨੇ ਰਚਨਾਵਾਂ ਕੀਤੀਆਂ ਨੇ, ਜਿਹਦੇ ਵਿੱਚ ਦਰਦ ਸੁਨੇਹੇ ਨਾਮ ਦੀ ਕਾਵਿ ਸੰਗ੍ਰਹਿ ਵੀ ਆਊਗਾ, ਤਾਂ ਉਦੋਂ ਇਹਨਾਂ ਨੇ ਦਰਦ ਦੀ ਥਾਂ 'ਤੇ ਦੁਖੀਆ ਤਖੱਲਸ਼ ਵਰਤਿਆ 1922 ਤੋਂ ਪਹਿਲਾਂ। ਤਾਂ 1922 ਤੋਂ ਪਹਿਲਾਂ ਹੀ ਜਿਸ ਵਿੱਚ ਇਹਨਾਂ ਨੇ ਦਰਦ ਦੀ ਥਾਂ ਦੁਖੀਆ ਤਖੱਲਸ਼ ਵਰਤਿਆ, ਉਸ ਸਮੇਂ ਇਹਨਾਂ ਦੇ ਦਰਦ ਸੁਨੇਹੇ ਤੋਂ ਇਲਾਵਾ ਕੁਝ ਹੋਰ ਕਾਵਿ ਸੰਗ੍ਰਹਿ ਮਿਲਦੇ ਨੇ ਜਿਹੜੇ ਸਿੱਖ ਇਤਿਹਾਸ ਨੂੰ ਬਿਆਨ ਕਰਦੇ ਨੇ, ਜਿਨ੍ਹਾਂ ਵਿੱਚ ਧਾਰਮਿਕਤਾ ਨੂੰ ਆਧਾਰ ਬਣਾਇਆ ਗਿਆ ਹੈ। ਧਾਰਮਿਕ ਘਟਨਾਵਾਂ ਨੂੰ ਜਾਂ ਇਤਿਹਾਸਿਕ ਹਸਤੀਆਂ ਨਾਲ ਸੰਬੰਧਿਤ ਘਟਨਾਵਾਂ ਨੂੰ ਜਿਹਦੇ ਵਿੱਚ ਪੇਸ਼ ਕੀਤਾ ਗਿਆ ਹੈ, ਉਹ 2 ਸੰਗ੍ਰਹਿ ਹੈਗੇ ਨੇ ਜੀ, ਉਪਕਾਰਾਂ ਦੀ ਵੰਨਗੀ ਅਤੇ ਸਿੱਖ ਬੱਚਿਓ ਜਾਗੋ, ਜੋ ਕਰਮਵਾਰ 1912 ਅਤੇ 1913 ਵਿੱਚ ਪ੍ਰਕਾਸ਼ਿਤ ਹੋਏ। ਤਾਂ ਭਾਵ ਇਹਨਾਂ ਨੇ ਇਸ 2 ਸੰਗ੍ਰਹਿਾਂ ਦੇ ਵਿੱਚ, ਉਪਕਾਰਾਂ ਦੀ ਵੰਨਗੀ ਅਤੇ ਸਿੱਖ ਬੱਚਿਓ ਜਾਗੋ ਦੇ ਵਿੱਚ ਦਰਦ ਦੀ ਥਾਂ 'ਤੇ ਦੁਖੀਆ ਤਖੱਲਸ਼ ਵਰਤਿਆ ਹੋਵੇਗਾ। ਹੁਣ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇਹਨਾਂ ਨੇ ਧਾਰਮਿਕਤਾ ਦਾ ਦੌਰ ਵੀ ਦੇਖਿਆ, ਧਰਮ ਨੂੰ ਵੀ ਅਪਣਾਇਆ, ਸਿੱਖ ਧਰਮ ਨੂੰ ਅਪਣਾਇਆ, ਦੇਸ਼ ਭਗਤੀ ਦੀ ਵੀ ਗੱਲ ਕੀਤੀ। ਅੰਗਰੇਜ਼ਾਂ ਦੁਆਰਾ ਜਿਹੜਾ
ਇੱਕ ਤੁਸੀਂ ਇਹ ਲਗਾ ਲਓ ਕਿ ਅੰਗਰੇਜ਼ਾਂ ਨੇ ਜੋ ਇੱਕ ਘਟੀਆ ਕੰਮ ਕੀਤਾ, ਉਹਨਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਢਾਹ ਦਿੱਤੀ ਸੀ। ਉਹਦੀ ਬਹਾਲੀ ਲਈ ਇਹਨਾਂ ਨੇ ਅੰਦੋਲਨ ਵੀ ਕੀਤਾ, ਅੰਦੋਲਨ 'ਚ ਭਾਗ ਲਿਆ। ਇੱਥੋਂ ਹੀ ਪ੍ਰਗਤੀਵਾਦ ਦੀ ਭਾਵਨਾ ਜਾਗੀ, ਪਰ ਭਾਰੂ ਨਹੀਂ ਹੋਇਆ ਪ੍ਰਗਤੀਵਾਦ, ਭਾਵਨਾ ਜਾਗੀ। ਪਤਾ ਲੱਗਦਾ ਕਿ ਉਹਨਾਂ ਨੇ ਉਸ ਅੰਗਰੇਜ਼ਾਂ ਦੇ ਖਿਲਾਫ ਡਟੇ ਇੱਕ ਤਰ੍ਹਾਂ ਇਹ। ਤਾਂ ਫਿਰ ਇਹਨਾਂ ਨੇ ਜਦੋਂ ਇਸ ਤਰ੍ਹਾਂ ਅੰਦੋਲਨ 'ਚ ਭਾਗ ਲਿਆ ਤਾਂ ਇਹਨਾਂ ਨੂੰ ਉਸ ਦਾ ਹਰਜਾਨਾ ਵੀ ਭੁਗਤਣਾ ਪਿਆ। ਕੋਲਕਾਤਾ ਵਿੱਚ ਬਜਬਜ ਘਾਟ ਦੇ ਉੱਤੇ ਬਰਤਾਨਵੀ ਗੋਲੀਆਂ ਨਾਲ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਾਮਾਗਾਟਾ ਮਾਰੂ ਦੇ ਮੁਸਾਫਰਾਂ ਲਈ ਇਹਨਾਂ ਨੇ, ਕਾਮਾਗਾਟਾ ਮਾਰੂ ਦੀ ਘਟਨਾ ਬਾਰੇ ਸਾਰੇ ਜਾਣੂ ਆ, ਅਤੇ ਉਹਨਾਂ ਦੇ ਮੁਸਾਫਰਾਂ ਲਈ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਾ ਆਯੋਜਨ ਵੀ ਕੀਤਾ, ਅਰਦਾਸ ਵੀ ਕਰਵਾਈ ਉਹਨਾਂ ਵਾਸਤੇ 1915 ਦੇ ਵਿੱਚ। ਅਜਿਹਾ ਕਰਨ 'ਤੇ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਗਰ ਇਹਨਾਂ ਦੇ ਕੁਛ ਪੱਤਰਿਕਾਵਾਂ ਦੀ ਗੱਲ ਕਰੀਏ ਜਾਂ ਕੁਛ ਅਖਬਾਰਾਂ ਦੀ ਗੱਲ ਕਰੀਏ ਜਿਹੜੇ ਇਹਨਾਂ ਨੇ ਸ਼ੁਰੂਆਤ ਕੀਤੀ, ਤਾਂ ਇੱਕ ਅਕਾਲੀ ਨਾਮ ਦਾ ਦੈਨਿਕ ਅਖਬਾਰ ਮਿਲਦਾ ਹੈ 1920 ਈਸਵੀ ਵਿੱਚ, ਜਿਹੜੀ ਸ਼ੁਰੂਆਤ ਹੋਈ ਸੀ ਜਿਸ ਦੀ, ਉਹਨਾਂ ਦਾ ਉਸ ਅਕਾਲੀ ਅਖਬਾਰ ਦਾ ਇਹਨਾਂ ਨੂੰ ਸਹਾਇਕ ਸੰਪਾਦਕ ਵੀ ਨਿਯੁਕਤ ਕੀਤਾ ਗਿਆ। ਸਹਾਇਕ ਸੰਪਾਦਕ ਨਹੀਂ ਕਹਾਂਗੇ, ਸਹਾਇਕ ਸੰਪਾਦਕ ਨਿਯੁਕਤ ਕੀਤਾ ਗਿਆ ਅਕਾਲੀ ਦੈਨਿਕ ਅਖਬਾਰ ਦਾ। ਇਹ ਅਖਬਾਰ ਦੀ ਇੱਕ ਖਾਸੀਅਤ ਸੀ ਕਿ ਇਹ ਸਰਕਾਰ ਦਾ ਵਿਰੋਧੀ ਅਖਬਾਰ ਸੀ, ਤਾਂ ਜਿਸ ਕਰਕੇ ਹੀਰਾ ਸਿੰਘ ਦਰਦ ਨੂੰ ਜੇਲ੍ਹ ਦੀ ਯਾਤਰਾ ਵੀ ਕਰਨੀ ਪਈ, ਕਿਉਂਕਿ ਅਗਰ ਵਿਰੋਧੀ ਅਖਬਾਰ ਜਿਹੜਾ ਹੋਊਗਾ ਅੰਗਰੇਜ਼ਾਂ ਦਾ, ਬਰਤਾਨਵੀ ਹਕੂਮਤ ਦਾ, ਉਹਦੇ ਲਈ ਕੋਈ ਲਿਖੂਗਾ ਜਾਂ ਉਹਦਾ ਕੋਈ ਸੰਪਾਦਕ ਜਾਂ ਸਹਿ ਸੰਪਾਦਕ ਬਣੂਗਾ, ਤਾਂ ਬਰਤਾਨਵੀ ਸਰਕਾਰ ਉਹਦੇ ਖਿਲਾਫ ਕੁਝ ਨਾ ਕੁਝ ਕਰੇਗੀ। ਤਾਂ ਉਹਨਾਂ ਨੇ ਗ੍ਰਿਫਤਾਰ ਕੀਤਾ, ਜਿਸ ਕਰਕੇ ਜੇਲ੍ਹ ਯਾਤਰਾ ਇਹਨਾਂ ਨੂੰ ਕਰਨੀ ਪਈ। 1920 ਤੱਕ ਫਿਰ ਇਹ 1920 ਦਾ ਦੌਰ ਇਹਨਾਂ ਦਾ ਕੁਝ ਸਮਾਂ ਜੇਲ੍ਹ ਵਿੱਚ ਰਿਹਾ। ਤਾਂ ਇਹਨਾਂ ਨੇ ਜਦੋਂ ਫਿਰ ਇਹ 1920 ਵਿੱਚ ਜੇਲ੍ਹ ਤੋਂ ਜਦੋਂ ਬਾਹਰ ਆਏ ਤਾਂ ਇਹਨਾਂ ਨੇ ਆਪਣਾ ਇੱਕ ਪੰਜਾਬੀ ਪੱਤਰ ਸ਼ੁਰੂ ਕੀਤਾ। ਮਾਸਿਕ ਪੱਤਰ ਸੀ ਇਹ, ਮਹੀਨਾਵਾਰ ਛਪਦਾ ਸੀ, ਜਿਹਦਾ ਨਾਮ ਸੀ ਫੁਲਵਾੜੀ। ਬਹੁਤ ਹੀ ਮਹੱਤਵਪੂਰਨ ਪੱਤਰ ਹੈ ਇਹ, ਇੰਪੋਰਟੈਂਟ ਹੈ। ਫੁਲਵਾੜੀ ਨਾਮਕ ਮਾਸਿਕ ਪੱਤਰ ਦਾ ਇਹਨਾਂ ਨੇ ਆਰੰਭ ਕੀਤਾ 1920 ਵਿੱਚ ਜੇਲ੍ਹ ਤੋਂ ਬਾਹਰ ਆ ਕੇ, ਪਰ ਇਹਦਾ ਆਰੰਭ 1924 ਵਿੱਚ ਕੀਤਾ। ਯਾਦ ਰੱਖਣਾ, ਫੁਲਵਾੜੀ ਦਾ ਆਰੰਭ ਪੁੱਛ ਲੈਣ ਕਦੋਂ ਹੋਇਆ, ਮਾਸਿਕ ਪੱਤਰ ਦਾ 1924 'ਚ ਹੋਇਆ। 1920 'ਚ ਜੇਲ੍ਹ 'ਚੋਂ ਬਾਹਰ ਆਏ ਸੀ, ਪਰ ਫੁਲਵਾੜੀ ਪੱਤਰ ਦਾ ਆਰੰਭ 1924 ਵਿੱਚ ਹੋਇਆ। ਇਸ ਪੱਤਰ ਦੇ ਆਰੰਭ ਹੋਣ ਨਾਲ ਕੀ ਹੋਇਆ ਕਿ ਜਿਹੜੀ ਪ੍ਰਗਤੀਵਾਦ ਦੀ ਧਾਰਨਾ ਸੀ ਜਾਂ ਪੰਜਾਬੀ ਸਾਹਿਤ 'ਚ ਪ੍ਰਗਤੀਸ਼ੀਲ ਲਹਿਰ ਜਿਹੜੀ ਚੱਲ ਰਹੀ ਸੀ, ਉਹਨੂੰ ਥੋੜ੍ਹੀ ਜਿਹੀ ਇੱਕ ਹੋਰ ਤੁਸੀਂ ਐਂ ਲਾ ਲਓ ਕਿ ਉਹ ਵਿਕਸਿਤ ਹੋਈ, ਥੋੜ੍ਹਾ ਜਿਹਾ ਹੋਰ ਉਹਨੂੰ ਇੱਕ ਹੁੰਗਾਰਾ ਮਿਲਿਆ ਉਸ ਲਹਿਰ ਨੂੰ, ਇਹਨਾਂ ਦੇ ਫੁਲਵਾੜੀ ਮਾਸਿਕ ਪੱਤਰ ਸਦਕਾ। ਲਗਭਗ 6-7 ਸਾਲ ਇਹ ਪੱਤਰ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਅਗਰ ਅੰਕੜੇ ਦੀ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਲਗਭਗ 1930 ਈਸਵੀ ਤੱਕ ਇਹ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ, ਅਤੇ ਬਾਅਦ ਵਿੱਚ ਇਹ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਅਤੇ ਲਗਭਗ 1942 ਤੱਕ ਇਹ ਪ੍ਰਕਾਸ਼ਿਤ ਹੁੰਦਾ ਰਿਹਾ। ਭਾਰਤ ਛੱਡੋ ਅੰਦੋਲਨ ਵਰਗੇ ਅੰਦੋਲਨਾਂ ਵਿੱਚ ਇਹਨਾਂ ਨੇ ਹਿੱਸਾ ਲਿਆ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਸ਼ੁਰੂਆਤੀ ਦਿਨਾਂ ਦੇ ਦੌਰਾਨ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਇੱਕ ਮੈਂਬਰ ਵਜੋਂ ਵੀ ਸੇਵਾ ਨਿਭਾਈ। ਇਹ ਇੰਨਾ ਖਾਸ ਮਹੱਤਵਪੂਰਨ ਨਹੀਂ ਹੈਗਾ। ਹਾਂ, ਇੱਕ ਗੱਲ ਹੋਰ ਹੈ ਕਿ ਜਿਹੜਾ ਇਹਨਾਂ ਦੀ ਕਵਿਤਾਵਾਂ ਦੇ ਮੁੱਖ ਵਿਸ਼ੇ ਨੇ ਉਹ ਧਾਰਮਿਕ, ਦੇਸ਼ ਭਗਤੀ ਵਾਲੇ ਤਾਂ ਸ਼ੁਰੂਆਤੀ ਦੌਰ 'ਚ ਰਹੇ ਹੀ ਨੇ, ਜਿਸ ਕਰਕੇ ਇਹਨਾਂ ਨੇ ਭਾਈ ਵੀਰ ਸਿੰਘ ਜੋ ਕਿ ਇੱਕ ਨਵਰਹਾਸਵਾਦੀ ਕਵੀ ਸੀ, ਉਹਨਾਂ ਨੂੰ ਵੰਗਾਰਿਆ,
ਉਹਨਾਂ ਦੀ ਕਵਿਤਾਵਾਂ ਨੂੰ ਵੰਗਾਰਿਆ ਅਤੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਨੂੰ ਵੀ ਵੰਗਾਰਿਆ। ਯਾਨੀ ਕਿ ਭਾਈ ਵੀਰ ਸਿੰਘ ਅਤੇ ਮੋਹਨ ਸਿੰਘ ਦੀ ਲਿਖਣ ਸ਼ੈਲੀ ਤੋਂ ਇਹ ਜਾਂ ਲਿਖਣ ਢੰਗ ਤੋਂ ਜਾਂ ਉਹਨਾਂ ਦੀ ਪ੍ਰਵਿਰਤੀ ਤੋਂ ਇਹ ਨਾਖੁਸ਼ ਸੀ। ਭਾਈ ਵੀਰ ਸਿੰਘ ਅਤੇ ਮੋਹਨ ਸਿੰਘ ਨੂੰ ਇਹਨਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਵੰਗਾਰਿਆ। ਇਹ ਸਪੈਸ਼ਲ ਤੁਸੀਂ ਗੱਲ ਯਾਦ ਰੱਖਣੀ ਹੈ। ਸਮਾਂ ਬੀਤਦਾ ਗਿਆ ਤਾਂ ਕੁਝ ਫਿਰ ਇਹਨਾਂ ਨੂੰ ਇੱਕ ਲੰਬੀ ਬਿਮਾਰੀ 'ਚੋਂ ਵੀ ਗੁਜ਼ਰਨਾ ਪਿਆ। ਇਸ ਕਰਕੇ ਜਲੰਧਰ ਸ਼ਹਿਰ ਦੇ ਵਿੱਚ ਇਹਨਾਂ ਦਾ ਦੇਹਾਂਤ ਹੋਇਆ 1965 ਈਸਵੀ ਦੇ ਦੌਰਾਨ। ਜੇਕਰ ਹੁਣ ਹੀਰਾ ਸਿੰਘ ਦਰਦ ਦੀਆਂ ਪੁਸਤਕਾਂ ਦਾ ਜ਼ਿਕਰ ਕਰੀਏ, ਸਾਰੀਆਂ ਪੁਸਤਕਾਂ ਵਿੱਚ ਹੀ ਕਾਵਿ ਸੰਗ੍ਰਹਿ ਦੀ ਗੱਲ ਕਰਾਂਗੇ ਆਪਾਂ। ਜਿਵੇਂ ਕਿ ਦਰਦ ਸੁਨੇਹੇ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਮੰਨਿਆ ਜਾਂਦਾ। ਵੈਸੇ ਤਾਂ ਇਹ ਉਪਕਾਰਾਂ ਦੀ ਵੰਨਗੀ ਪਹਿਲਾਂ ਲਿਖ ਚੁੱਕੇ ਸੀ 1912 ਈਸਵੀ ਦੇ ਵਿੱਚ। ਸਿੱਖ ਬੱਚੋ ਜਾਗੋ ਵੀ ਲਿਖ ਚੁੱਕੇ ਸੀ 1913 ਵਿੱਚ। ਪਰ ਪ੍ਰਮੁੱਖ ਤੌਰ 'ਤੇ ਇਹਨਾਂ ਦਾ ਦਰਦ ਸੁਨੇਹੇ ਕਾਵਿ ਸੰਗ੍ਰਹਿ ਅਸਲ ਵਿੱਚ ਪਹਿਲਾ ਕਾਵਿ ਸੰਗ੍ਰਹਿ ਮੰਨਿਆ ਜਾਂਦਾ ਹੈ, ਜੋ ਕਿ 1919 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਕਈ ਕਿਤਾਬਾਂ 'ਚ ਇਹ ਅੰਕੜਾ 1920 ਵੀ ਮਿਲਦਾ, ਪਰ 1919 ਹੀ ਮੇਰੇ ਅਨੁਸਾਰ ਇਹ ਅੰਕੜਾ ਸਹੀ ਹੈ ਦਰਦ ਸੁਨੇਹੇ ਕਾਵਿ ਸੰਗ੍ਰਹਿ ਦਾ। ਦਰਦ ਸੁਨੇਹੇ ਕਾਵਿ ਸੰਗ੍ਰਹਿ ਦੇ ਬਾਰੇ ਆਪਾਂ ਨਾਲ ਨਾਲ ਵਿਸਥਾਰ 'ਚ ਵੀ ਗੱਲ ਕਰਦੇ ਜਾਂਦੇ ਹਾਂ। ਜਿਹੜਾ ਇਹ ਕਾਵਿ ਸੰਗ੍ਰਹਿ ਹੈ, ਇਹ 3 ਭਾਗਾਂ ਦੇ ਵਿੱਚ ਇਹ ਕਿਤਾਬ ਛਪੀ ਹੈ। 3 ਭਾਗ ਨੇ ਇਹਦੇ, ਜਿਹਦੇ ਵਿੱਚ ਦੂਜਾ ਭਾਗ ਹੈ ਉਹ ਅੱਗੋਂ ਫੇਰ 4 ਭਾਗਾਂ ਵਿੱਚ ਵੰਡਿਆ ਹੋਇਆ ਹੈ। ਇਹ ਯਾਦ ਰੱਖਣਾ ਤੁਸੀਂ, ਜਿਹੜਾ ਦੂਜਾ ਭਾਗ ਹੈ ਅੱਗੋਂ ਫੇਰ 4 ਭਾਗਾਂ 'ਚ ਵੰਡਿਆ ਹੋਇਆ ਹੈ। ਹੁਣ ਜਿਹੜੇ ਇਹਦੇ 3 ਭਾਗ ਨੇ ਦਰਦ ਸੁਨੇਹੇ ਪੁਸਤਕ ਦੇ ਜਾਂ ਕਾਵਿ ਸੰਗ੍ਰਹਿ ਦੇ, 1922 ਵਿੱਚ ਕੀ ਹੋਇਆ ਕਿ ਪ੍ਰਿੰਸੀਪਲ ਤੇਜਾ ਸਿੰਘ ਨੇ ਇਸ ਦੇ ਪਹਿਲੇ 2 ਭਾਗਾਂ ਨੂੰ ਇਕੱਠਾ ਕਰਕੇ ਇੱਕ ਭਾਗ ਬਣਾਤਾ। ਪ੍ਰਿੰਸੀਪਲ ਤੇਜਾ ਸਿੰਘ ਨੇ ਮਤਲਬ ਉਹਨੂੰ ਸੰਖੇਪ ਕਰਤਾ, ਹੋਰ ਬੜੇ ਤਰੀਕੇ ਨਾਲ ਕਿ ਨੁਕਤੇ ਜਿਹੜੇ ਸਾਰੇ ਦਿੱਤੇ ਨੇ ਕਾਵਿ ਸੰਗ੍ਰਹਿ ਦੇ ਵਿੱਚੋਂ ਉਹ ਵੀ ਕੋਈ ਮਿਸ ਨਾ ਹੋਵੇ। ਤਾਂ 1922 ਵਿੱਚ ਯਾਦ ਰੱਖਣਾ ਹੈ, ਪ੍ਰਿੰਸੀਪਲ ਤੇਜਾ ਸਿੰਘ ਨੇ ਪਹਿਲੇ 2 ਭਾਗਾਂ ਨੂੰ ਇਕੱਠਾ ਕਰਕੇ ਇੱਕ ਭਾਗ ਬਣਾਤਾ ਸੀ। ਅਤੇ 1924 ਦੇ ਵਿੱਚ ਫਿਰ ਤੀਸਰਾ ਭਾਗ ਛਪਵਾਇਆ ਸੀ ਉਹਨਾਂ ਨੇ। 1924 ਦੇ ਵਿੱਚ ਤੀਜਾ ਭਾਗ ਫਿਰ ਛਪਵਾਇਆ ਸੀ ਦਰਦ ਸੁਨੇਹੇ ਕਾਵਿ ਸੰਗ੍ਰਹਿ ਦਾ। ਇਸ ਵਿੱਚ ਕੁੱਲ 28 ਕਵਿਤਾਵਾਂ ਸ਼ਾਮਲ ਸਨ ਤੀਜੇ ਭਾਗ ਦੇ ਵਿੱਚ। ਇਸ ਤੋਂ ਅੱਗੇ ਜ਼ਿਕਰ ਕਰੀਏ ਤਾਂ ਕਿਸਾਨ ਦੀਆਂ ਆਹੀ ਨਾਮਕ ਕਾਵਿ ਸੰਗ੍ਰਹਿ ਮਿਲਦਾ ਹੈ। 1941 ਵਿੱਚ ਇਹ ਪ੍ਰਕਾਸ਼ਿਤ ਹੋਇਆ। ਇਹਦੀ ਖਾਸੀਅਤ ਇਹ ਹੈ, ਇਹ ਇਕੱਲਾ ਕਾਵਿ ਸੰਗ੍ਰਹਿ ਨਹੀਂ ਸੀ, ਇਹਦੇ ਵਿੱਚ ਕਵਿਤਾਵਾਂ ਤੋਂ ਇਲਾਵਾ ਗੀਤ ਅਤੇ ਕਹਾਣੀਆਂ ਵੀ ਦਰਜ ਨੇ। ਜਾਣੀ ਕਿ 3 ਵਿਧਾਵਾਂ ਇਹਦੇ ਵਿੱਚ ਦਰਜ ਨੇ ਕਿਸਾਨ ਦੀਆਂ ਆਹੀ ਕਾਵਿ ਸੰਗ੍ਰਹਿ ਦੇ ਵਿੱਚ, ਜਾਂ ਪੁਸਤਕ ਵਿੱਚ ਕਹਿ ਲਈਏ। ਕਵਿਤਾਵਾਂ, ਗੀਤ ਅਤੇ ਕਹਾਣੀਆਂ। ਹੁਣ ਇਸ ਵਿੱਚ ਮੁੱਖ ਤੌਰ 'ਤੇ ਕਿਸਾਨ ਦੀਆਂ ਆਹੀ ਨਾਮ ਤੋਂ ਕਲੀਅਰ ਹੈ ਕਿ ਕਿਸਾਨਾਂ ਦੀ ਗੱਲ ਕੀਤੀ, ਉਹਨਾਂ ਦੇ ਦੁਖੜੇ ਨੂੰ ਫਰੋਲਿਆ ਇਸਨੇ। ਗਰੀਬੀ ਦੀ ਗੱਲ ਕੀਤੀ, ਗਰੀਬੀ ਨੂੰ ਇੱਕ ਇਹਨਾਂ ਨੇ ਬਿਮਾਰੀ ਕਿਹਾ ਕਿ ਇਹ ਤਾਂ ਲੋਕਾਂ ਨੂੰ ਖਾ ਰਹੀ ਹੈ, ਗਰੀਬੀ ਹੋਣ ਕਰਕੇ ਤਰੱਕੀ ਨਹੀਂ ਹੋ ਰਹੀ ਹੈਗੀ ਦੇਸ਼ ਦੀ। ਤਾਂ ਕਿਸਾਨਾਂ ਨੂੰ ਦੇ ਦੁੱਖ ਨੂੰ ਵੀ ਬਿਆਨ ਕੀਤਾ, ਬਹੁਤ ਹੀ ਕਲਾਮਈ ਢੰਗ ਨਾਲ ਪੇਸ਼ ਕੀਤਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਇਹਨਾਂ ਦੀ ਰਾਜਸੀ ਚੇਤਨਾ ਪ੍ਰਵਿਰਤੀ ਹੈ, ਤਾਂ ਜਿਹਦੇ ਵਿੱਚ 2 ਪੱਖ ਭਾਰੂ ਹੁੰਦੇ ਨੇ ਰਾਜਸੀ ਚੇਤਨਾ ਪ੍ਰਵਿਰਤੀ 'ਚ। ਇੱਕ ਤਾਂ ਕਲਾ ਦੀ ਗੱਲ ਆ ਜਾਂਦੀ ਹੈ, ਕਲਾਮਈ ਢੰਗ ਨਾਲ ਆਪਣੀ ਗੱਲ ਨੂੰ ਕਹਿਣਾ, ਅਤੇ ਇੱਕ ਆਪਣੀ ਵਿਚਾਰਧਾਰਾ ਆ ਜਾਂਦੀ ਹੈ, ਉਹਨੂੰ ਰਾਜਸੀ ਚੇਤਨਾ ਪ੍ਰਵਿਰਤੀ ਕਹਿ ਦਿੰਦੇ ਹਾਂ। ਕਿਸਾਨ ਦੀਆਂ ਆਹੀ ਸੰਗ੍ਰਹਿ ਤੋਂ ਬਾਅਦ ਅਗਰ ਇਹਨਾਂ ਦੇ ਅਗਲੇ ਕਾਵਿ ਸੰਗ੍ਰਹਿ ਦੀ ਗੱਲ ਕਰੀਏ, ਹੋਰ ਅਗੇਰੇ ਨਾਮਕ ਇੱਕ ਕਾਵਿ ਸੰਗ੍ਰਹਿ ਇਹਨਾਂ ਨੇ 1950 ਈਸਵੀ ਵਿੱਚ ਰਚਿਆ। ਇਹ ਜਿਹੜੀ ਪੁਸਤਕ ਹੈ ਇਹ ਵੀ 3 ਭਾਗਾਂ ਵਿੱਚ ਵੰਡੀ ਗਈ ਹੈ। ਪਹਿਲੇ ਭਾਗ ਦੀ ਗੱਲ ਕਰੀਏ ਤਾਂ ਉਹਦੇ ਵਿੱਚ 1942 ਤੋਂ 1950 ਤੱਕ ਦੀਆਂ ਕਵਿਤਾਵਾਂ ਦਰਜ ਨੇ। ਫਿਰ ਦੂਜੇ ਭਾਗ ਦੇ ਵਿੱਚ ਜਿਹਦਾ ਸਿਰਲੇਖ ਦਿੱਤਾ ਇਹਨਾਂ ਨੇ ਕੁਝ ਪਿਛਲੀਆਂ ਯਾਦਾਂ, ਦੂਜੇ ਭਾਗ ਦਾ ਸਿਰਲੇਖ ਰੱਖਿਆ
ਕੁਝ ਪਿਛਲੀਆਂ ਯਾਦਾਂ, ਉਹਦੇ ਵਿੱਚ ਵੀ 1942 ਤੱਕ ਦੀਆਂ ਕਵਿਤਾਵਾਂ 1930 ਤੋਂ ਲੈ ਕੇ ਇਹਨੇ ਸ਼ਾਮਿਲ ਕੀਤੀਆਂ। ਤੀਸਰੇ ਭਾਗ ਦਾ ਨਾਮ ਹੋਰ ਅਗੇਰੇ ਕਾਵਿ ਸੰਗ੍ਰਹਿ ਦੇ ਤੀਸਰੇ ਭਾਗ ਦਾ ਨਾਮ ਹੋਰ ਅਗੇਰੇ ਸਿਰਲੇਖ ਹੇਠ ਯੋਲ ਕੈਂਪ ਜੇਲ 1949 ਯੋਲ ਕੈਂਪ ਜੇਲ 1949 ਦੇ ਸਿਰਲੇਖ ਹੇਠ ਇਹਨਾਂ ਨੇ ਇੱਕ ਲੰਬੀ ਕਵਿਤਾ ਵੀ ਇਸ ਤੀਸਰੇ ਭਾਗ ਵਿੱਚ ਹੋਰ ਅਗੇਰੇ ਕਾਵਿ ਸੰਗ੍ਰਹਿ ਦੇ ਦਰਜ ਕੀਤੀ। ਯੋਲ ਕੈਂਪ ਜੇਲ 1949 ਨਾਮ ਦੀ ਲੰਬੀ ਕਵਿਤਾ ਇਹ ਇੰਨੀ ਮਹੱਤਵਪੂਰਨ ਨਹੀਂ ਹੈਗੀ, ਸਿਰਫ ਤੁਹਾਡੀ ਜਾਣਕਾਰੀ ਹਿੱਤ ਮੈਂ ਦੱਸਿਆ ਇਹ। ਇਸ ਤੋਂ ਇਲਾਵਾ ਇਹਨਾਂ ਨੇ ਹੋਣੀ ਦੀ ਲਲਕਾਰ ਨਾਮ ਦੀ ਕਵਿਤਾ ਵੀ ਰਚੀ, ਇਸ ਸੰਗ੍ਰਹਿ ਦੇ ਵਿੱਚ ਆਉਂਦੀ ਹੈ ਇਹ। ਅਤੇ ਖਾਸ ਤੌਰ 'ਤੇ ਅਗਰ ਗੱਲ ਕਰੀਏ ਤਾਂ ਇਹਨਾਂ ਦਾ ਇੱਕ ਰੁਬਾਈਆਂ ਦਾ ਸੰਗ੍ਰਹਿ ਮਿਲਦਾ ਹੋਰ ਅਗੇਰੇ ਸੰਗ੍ਰਹਿ ਦੇ ਅੰਦਰ ਹੀ ਰੁਬਾਈਆਂ ਬਾਰੇ ਇੱਕ ਸਪੈਸ਼ਲ ਭਾਗ ਤੀਜੇ ਭਾਗ ਦੇ ਵਿੱਚ ਹੀ ਇੱਕ ਪਾਰਟ ਸ਼ਾਮਿਲ ਕੀਤਾ ਗਿਆ ਹੈ ਜਿਹਦਾ ਨਾਮ ਹੈ ਸੋਨ ਸੁਰਾਹੀ। ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਸੋਨ ਸੁਰਾਹੀ ਸਿਰਲੇਖ ਹੇਠ ਇਹਨਾਂ ਨੇ ਰੁਬਾਈਆਂ ਅੰਕਿਤ ਕੀਤੀਆਂ ਨੇ। ਕੁੱਲ 15 ਰੁਬਾਈਆਂ ਇਹ ਬਣਦੀਆਂ ਨੇ। ਠੀਕ ਹੈ ਜੀ, ਇਹ ਸਾਰਾ ਕੁਝ ਹੋਰ ਅਗੇਰੇ ਕਾਵਿ ਸੰਗ੍ਰਹਿ ਦੇ ਅੰਤਰਗਤ ਆਉਂਦਾ ਹੈ। ਤਾਂ ਸੋਨ ਸੁਰਾਹੀ ਬਾਰੇ ਸਪੈਸ਼ਲ ਪੁੱਛ ਲੈਣ ਤਾਂ ਇਹ ਰੁਬਾਈਆਂ ਇਹਦੇ ਵਿੱਚ ਦਰਜ ਨੇ, ਇਸ ਸਿਰਲੇਖ ਅਧੀਨ ਰੁਬਾਈਆਂ ਦਰਜ ਨੇ, ਕੁੱਲ 15 ਰੁਬਾਈਆਂ ਦਰਜ ਨੇ ਅਤੇ ਇਹ ਹੋਰ ਅਗੇਰੇ ਦੇ ਤੀਜੇ ਭਾਗ ਵਿੱਚ ਸ਼ਾਮਿਲ ਨੇ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਇੱਕ ਕਿਤਾਬ ਹੋਰ ਲਿਖੀ ਚਿੱਤਰਾਵਲੀ ਤੋਂ ਮਗਰੋਂ ਫਿਰ ਇਹਨਾਂ ਨੇ 94 ਦਰਦ ਸੁਨੇਹੇ, ਕੁਝ ਚੁਣਿੰਦਾ ਰਚਨਾਵਾਂ ਆਪਣੀਆਂ 94 ਦਰਦ ਸੁਨੇਹੇ ਨਾਮਕ ਪੁਸਤਕ ਵਿੱਚ ਦਰਜ ਕੀਤੀਆਂ, ਜੋ ਕਿ 1954 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਇਸ ਦੀ ਖਾਸੀਅਤ ਇਹ ਹੈ ਕਿ ਹੀਰਾ ਸਿੰਘ ਦਰਦ ਦੀ ਖਾਸੀਅਤ ਇਹ ਹੈ ਕਿ ਇਹਦੀਆਂ ਲਗਭਗ ਜਿੰਨੀਆਂ ਵੀ ਪੁਸਤਕਾਂ ਨੇ, ਜਦੋਂ ਇਹਨੇ ਉਹਨਾਂ ਦੀ ਭਾਗ ਵੰਡ ਕੀਤੀ ਹੈ ਤਾਂ 3 ਭਾਗਾਂ ਨੂੰ ਹੀ ਆਧਾਰ ਬਣਾਇਆ ਮੁੱਖ ਤੌਰ 'ਤੇ। ਤਾਂ 94 ਦਰਦ ਸੁਨੇਹੇ ਵੀ 3 ਭਾਗਾਂ ਵਿੱਚ ਵੰਡੀ ਗਈ। ਦਰਦ ਦੀ ਇੱਕ ਹੋਰ ਪੁਸਤਕ ਮਿਲਦੀ ਹੈ, ਛੋਟੀ ਜਿਹੀ ਪੁਸਤਕ ਹੈ ਜਿਹਦਾ ਨਾਮ ਹੈ ਆਜ਼ਾਦੀ ਦਾ ਗੀਤ। ਇਸ ਪੁਸਤਕ ਵਿੱਚ ਹੀਰਾ ਸਿੰਘ ਦਰਦ ਦੀਆਂ ਰਚਨਾਵਾਂ ਤਾਂ ਸ਼ਾਮਿਲ ਹੈਗੀਆਂ ਹੀ ਨੇ, ਬਾਕੀ ਕੁਝ ਹੋਰ ਕਵੀਆਂ ਦੀਆਂ ਰਚਨਾਵਾਂ ਜਿਵੇਂ ਕਿ ਵਿਧਾਤਾ ਸਿੰਘ ਤੀਰ ਦੀ ਵੀ ਇੱਕ ਕਵਿਤਾ ਇਹਦੇ ਵਿੱਚ ਦਰਜ ਹੈ ਆਜ਼ਾਦੀ ਦਾ ਗੀਤ ਨਾਮਕ ਕਾਵਿ ਸੰਗ੍ਰਹਿ ਦੇ ਵਿੱਚ। ਅਗਰ ਵਿਸ਼ੇ ਪੱਖੋਂ ਗੱਲ ਕਰੀਏ ਤਾਂ ਹੀਰਾ ਸਿੰਘ ਦਰਦ ਦੀ ਕਵਿਤਾ ਨੂੰ 5 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਵਿਸ਼ੇ ਪੱਖੋਂ ਮਤਲਬ ਹੀਰਾ ਸਿੰਘ ਦਰਦ ਦੀ ਕਵਿਤਾ ਨੂੰ 5 ਦੌਰ ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ। ਆਰੰਭ ਵਿੱਚ ਤਾਂ ਆਪਾਂ ਗੱਲ ਕੀਤੀ ਹੋਈ ਹੈ ਕਿ ਇਹਨਾਂ ਵਿੱਚ ਸਿੱਖੀ ਜਜ਼ਬਾਤ ਸੀ, ਧਾਰਮਿਕ ਰੰਗਤ ਸੀ। ਤਾਂ ਪਹਿਲੇ ਦੂਜੇ ਅਗਰ ਇਹਦੇ 5 ਭਾਗ ਬਣਾਉਣੇ ਹੋਣ, 5 ਵਿਸ਼ੇ ਵੰਡਣੇ ਹੋਣ, ਤਾਂ ਪਹਿਲੇ ਦੂਜੇ ਦੌਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਸਿੱਖੀ ਜਜ਼ਬਾਤਾਂ ਨੂੰ ਪ੍ਰਮੁੱਖਤਾ ਦਿੱਤੀ, ਧਾਰਮਿਕਤਾ ਨੂੰ ਪ੍ਰਮੁੱਖਤਾ ਦਿੱਤੀ, ਦੇਸ਼ ਭਗਤੀ ਨੂੰ ਪ੍ਰਮੁੱਖਤਾ ਦਿੱਤੀ। ਤੀਸਰੇ ਚੌਥੇ ਦੌਰ ਦੀ ਕਵਿਤਾ ਦੀ ਗੱਲ ਕਰੀਏ ਤਾਂ ਇਹਨਾਂ ਦੇ ਫਿਰ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਹੋ ਗਈ ਸੀ। ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇਹਨਾਂ ਦੇ ਅੰਦਰ ਤੜਫ ਪੈਦਾ ਹੋ ਗਈ ਸੀ, ਜਿਸ ਕਰਕੇ ਪ੍ਰਗਤੀਵਾਦ ਦੀ ਭਾਵਨਾ ਵੀ ਇਹਨਾਂ ਅੰਦਰ ਉਜਾਗਰ ਹੋਣੀ ਸ਼ੁਰੂ ਹੋ ਗਈ ਸੀ। ਤਾਂ ਇਹ ਤੀਜਾ ਚੌਥਾ ਜਿਹੜਾ ਪੜਾਅ ਹੈ ਇਹਨਾਂ ਦਾ, ਤਾਂ ਕਹਾਂਗੇ ਥੋੜ੍ਹੀ ਜਿਹੀ ਪ੍ਰਗਤੀਵਾਦੀ ਦੇ ਧਾਰਨੀ ਇਹ ਹੋਏ। ਪੰਜਵੇਂ ਦੌਰ ਦੀ ਕਵਿਤਾ ਵਿੱਚ ਅਗਰ ਪੰਜਵੇਂ ਵਿਸ਼ੇ ਨੂੰ ਲਿਆ ਜਾਵੇ ਕਿ ਇਹਨਾਂ ਨੇ ਜਿਹੜੇ 5 ਵਿਸ਼ਿਆਂ ਵਿੱਚ ਇਹਦੀ ਆਪਾਂ ਰਚਨਾਵਾਂ ਦੇਖ ਰਹੇ ਹਾਂ, ਤਾਂ ਪੰਜਵੇਂ ਵਿਸ਼ੇ ਨੂੰ ਲਿਆ ਜਾਵੇ ਤਾਂ ਆਜ਼ਾਦੀ ਤਾਂ ਮਿਲ ਗਈ, ਬਟ ਉਸ ਆਜ਼ਾਦੀ ਤੋਂ ਇਹ ਨਿਰਾਸ਼ ਸੀ ਕਿਉਂਕਿ ਆਰਥਿਕ ਕਾਣੀ ਵੰਡ ਕਾਫੀ ਜ਼ਿਆਦਾ ਹੋਣ ਲੱਗ ਗਈ ਸੀ। ਆਜ਼ਾਦੀ ਤੋਂ ਬਾਅਦ ਵੀ ਆਰਥਿਕ ਕਾਣੀ ਵੰਡ ਸਮਝਦੇ ਹੋ ਕਿ ਆਰਥਿਕਤਾ ਪੱਖੋਂ ਵੀ, ਜਾਤ ਪਾਤ ਪੱਖੋਂ, ਧਰਮ ਦੇ ਆਧਾਰ 'ਤੇ ਜਾਂ ਨੀਵੇਂ ਜਾਂ ਉੱਚੇ ਦਰਜੇ ਨੂੰ ਲੈ ਕੇ ਇਹ ਕਾਫੀ ਨਿਰਾਸ਼ ਸਨ, ਜਿਸ ਕਰਕੇ ਇਹਨਾਂ ਦੇ ਮਨ 'ਚ ਇੱਕ ਇਨਕਲਾਬ ਜੂਝ ਰਿਹਾ ਸੀ। ਤਾਂ
ਇਨਕਲਾਬ ਦੀ ਭਾਵਨਾ ਵੀ ਜਾਣੀ ਕਿ ਪ੍ਰਗਤੀਵਾਦ ਤੋਂ ਥੋੜ੍ਹਾ ਜਿਹਾ ਹੋਰ ਤਿੱਖਾ ਰੋਹ ਵਿਦਰੋਹ ਇਹਨਾਂ ਦੇ ਮਨ ਦੇ ਅੰਦਰ ਪੈਦਾ ਹੋਇਆ। ਤਾਂ ਆਪਾਂ ਇੱਕ ਵਾਰ ਦੁਬਾਰਾ ਇਸ ਦੀ ਗੱਲ ਕਰ ਲੈਂਦੇ ਹਾਂ ਕਿ ਇਹਨਾਂ ਦੀ ਰਚਨਾਵਾਂ ਨੂੰ 5 ਵਿਸ਼ਿਆਂ ਵਿੱਚ ਕਿਵੇਂ ਵੰਡਿਆ ਜਾਂਦਾ ਹੈ। ਅਗਰ ਪਹਿਲੇ ਪੜਾਅ ਤੇ ਦੂਜੇ ਪੜਾਅ 'ਚ ਦੇਖੀਏ ਤਾਂ ਸਿੱਖੀ ਜਜ਼ਬਾਤ, ਧਾਰਮਿਕ ਰੰਗਤ ਤੇ ਦੇਸ਼ ਭਗਤੀ ਦੀ ਭਾਵਨਾ ਦਾ ਜ਼ਿਕਰ ਕਰ ਸਕਦੇ ਹਾਂ। ਤੀਜੇ ਚੌਥੇ ਪੜਾਅ ਦੇ ਵਿੱਚ ਇਹਨਾਂ ਦੇ ਅੰਦਰ ਅੰਗਰੇਜ਼ੀ ਸਰਕਾਰ ਪ੍ਰਤੀ ਨਫ਼ਰਤ ਪੈਦਾ ਹੋ ਗਈ ਸੀ। ਕੁਝ ਕਾਮਾਗਾਟਾ ਰੂਪ ਵਾਲੀ ਘਟਨਾ ਕਰਕੇ ਵੀ ਹੋ ਗਈ ਸੀ। ਕੁਝ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਅੰਗਰੇਜ਼ੀ ਹਕੂਮਤ ਨੇ ਢਾਹ ਦਿੱਤੀ ਸੀ, ਉਸ ਕਰਕੇ ਵੀ ਇਹਨਾਂ ਨੇ ਅੰਦੋਲਨ 'ਚ ਭਾਗ ਲਿਆ। ਭਾਰਤ ਛੱਡੋ ਅੰਦੋਲਨ ਵਿੱਚ ਇਹਨਾਂ ਨੂੰ ਗ੍ਰਿਫਤਾਰ ਵੀ ਹੋਣਾ ਪਿਆ ਕਿਉਂਕਿ ਇਹਨਾਂ ਨੇ ਫੁਲਵਾੜੀ ਨਾਮਕ ਮਾਸਿਕ ਪੱਤਰ ਵੀ ਸ਼ੁਰੂ ਕੀਤਾ। ਤਾਂ ਇਹਨਾਂ ਗੱਲਾਂ ਕਰਕੇ ਇਹ ਜਿਹੜਾ ਤੀਸਰਾ ਚੌਥਾ ਦੌਰ ਦੀ ਕਵਿਤਾ ਇਹਨਾਂ ਦੀ, ਤਾਂ ਉਹ ਅੰਗਰੇਜ਼ੀ ਸਾਮਰਾਜ ਪ੍ਰਤੀ ਨਫ਼ਰਤ ਦੀ ਝਲਕ ਉਹਦੇ ਵਿੱਚ ਮਿਲਦੀ ਹੈ। ਆਜ਼ਾਦੀ ਪ੍ਰਤੀ ਦੀ ਪ੍ਰਾਪਤੀ ਲਈ ਤੜਫ ਇਹਨਾਂ ਦੇ ਮਨ ਵਿੱਚੋਂ ਉਪਜਦੀ ਹੈ। ਲਾਸਟ ਅਗਰ ਵਿਸ਼ੇ ਨੂੰ ਦੇਖੀਏ ਇਹਨਾਂ ਦੇ ਪੰਜਵੇਂ ਦੌਰ ਨੂੰ ਅਗਰ ਵੰਡੀਏ ਆਪਾਂ, ਤਾਂ ਪੰਜਵੇਂ ਦੌਰ ਦੇ ਵਿੱਚ ਇਹਨਾਂ ਦੇ ਆਜ਼ਾਦੀ ਬੇਸ਼ੱਕ ਮਿਲ ਜਾਂਦੀ ਹੈ, ਪਰ ਇਹ ਸਮਾਜ ਦੀ ਆਰਥਿਕ ਕਾਣੀ ਵੰਡ, ਸਮਾਜ ਕਿਸੇ ਨੂੰ ਉੱਚਾ ਸਮਝਦਾ, ਸਮਾਜ ਵਿੱਚ ਕਿਸੇ ਨੂੰ ਨੀਵਾਂ ਸਮਝਿਆ ਜਾਂਦਾ ਹੈ, ਤਾਂ ਉਸ ਆਰਥਿਕ ਕਾਣੀ ਵੰਡ ਨੂੰ ਲੈ ਕੇ ਇਹਨਾਂ ਦੇ ਅੰਦਰ ਇਨਕਲਾਬ ਦੀ ਧਾਰਨਾ ਜਾਗ ਰਹੀ ਸੀ ਕਿ ਕੁਛ ਇਸ ਤਰ੍ਹਾਂ ਦਾ ਕੀਤਾ ਜਾਵੇ ਕਿ ਜਿਹੜੀ ਆਰਥਿਕ ਕਾਣੀ ਵੰਡ ਹੋ ਰਹੀ ਹੈ ਸਮਾਜ ਦੇ ਵਿੱਚ ਉਹ ਵੀ ਦੂਰ ਹੋ ਸਕੇ। ਤਾਂ ਇਸ ਤਰ੍ਹਾਂ 5 ਵਿਸ਼ਿਆਂ ਦੇ ਵਿੱਚ ਇਹਨਾਂ ਦੀ ਕਵਿਤਾ ਨੂੰ ਵੰਡ ਕੇ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਇਸ ਕਰਕੇ ਇਹਨਾਂ ਦੀ ਪ੍ਰਵਿਰਤੀ ਇੱਕ ਨਹੀਂ ਰਹੀ। ਮੈਂ ਇਹ ਬਾਰ-ਬਾਰ ਲਗਭਗ ਤੀਜੀ ਵਾਰ ਗੱਲ ਬੋਲ ਰਿਹਾ, ਕੋਈ ਇੱਕ ਪ੍ਰਵਿਰਤੀ ਭਾਰੂ ਨਹੀਂ ਰਹੀ, ਜਿਸ ਕਰਕੇ ਇਹਨਾਂ ਨੂੰ ਰਾਜਸੀ ਚੇਤਨਾ ਪ੍ਰਵਿਰਤੀ ਦੇ ਅਧੀਨ ਰੱਖਿਆ ਜਾਂਦਾ ਹੈ। ਹੁਣ ਕੁਝ ਕਵਿਤਾਵਾਂ ਦੀ ਅਗਰ ਜਾਂ ਕੁਝ ਹੋਰ ਖਾਸ ਗੱਲਾਂ ਦੀ ਕੁਝ ਖਾਸ ਗੱਲਾਂ ਕਰੀਏ ਇਹਨਾਂ ਦੇ ਸੰਦਰਭ ਦੇ ਵਿੱਚ, ਇਹਨਾਂ ਦੀ ਕਵਿਤਾਵਾਂ ਤੋਂ ਪਹਿਲਾਂ ਕੁਝ ਕਵਿਤਾਵਾਂ ਦਾ ਵੀ ਜ਼ਿਕਰ ਕਰਾਂਗੇ ਆਪਾਂ। ਪਰ ਉਸ ਤੋਂ ਪਹਿਲਾਂ ਇੱਕ ਇਹਨਾਂ ਦਾ ਪੁਸਤਕ ਹੈ ਸਮੁੰਦਰੋਂ ਪਾਰ ਸੁਨੇਹਾ। ਸਮੁੰਦਰੋਂ ਪਾਰ ਸੁਨੇਹਾ, ਇਹਦੇ ਵਿੱਚ ਇਹਨਾਂ ਨੇ ਜੇਲ੍ਹਾਂ ਵਿਚਲੇ ਜਿਹੜੇ ਕੈਨੇਡੀਅਨ ਸਿੱਖ ਹੋਏ ਨੇ, ਕੈਨੇਡਾ ਦੇ ਸਿੱਖ ਹੋਏ ਨੇ, ਉੱਥੋਂ ਦੀ ਜੇਲ੍ਹਾਂ ਵਿੱਚ ਉਹਨਾਂ ਬਾਬਤ ਗੱਲ ਕੀਤੀ ਹੈ। ਮਤਲਬ ਸਮੁੰਦਰੋਂ ਪਾਰ ਸੁਨੇਹਾ ਸਿਰਲੇਖ ਤੋਂ ਹੀ ਇਹ ਸਪਸ਼ਟ ਹੁੰਦਾ ਹੈ ਕਿ ਸਮੁੰਦਰ ਪਾਰ ਯਾਨੀ ਕਿ ਆਪਣੇ ਦੇਸ਼ ਤੋਂ ਬਾਹਰ ਜਿਹੜੇ ਸਿੱਖ ਲੋਕ ਨੇ ਕੈਨੇਡਾ ਵਿੱਚ ਜਿਹੜੇ ਜੇਲ੍ਹਾਂ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਕੁਝ ਸੁਨੇਹਾ ਭੇਜਣ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਇੱਕ ਇਹਨਾਂ ਦੀ ਕਿਤਾਬ ਮਿਲਦੀ ਹੈ ਪੰਜਾਬੀ ਸਾਹਿਤ ਦਾ ਇਤਿਹਾਸ, ਜੋ ਕਿ 1953 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਇਹ ਵੀ ਲਗਭਗ 3 ਭਾਗਾਂ ਵਿੱਚ ਵੰਡੀ ਹੋਈ ਹੈ। ਇਹਨਾਂ ਦੀ ਪੰਜਾਬੀ ਸਾਹਿਤ ਦਾ ਇਤਿਹਾਸ 1953 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਇੱਕ ਇਹਨਾਂ ਦੀ ਖਾਸ ਇਹ ਗੱਲ ਹੈ ਕਿ ਇਹਨਾਂ ਨੇ 1919 ਈਸਵੀ ਵਿੱਚ ਇੱਕ ਸਮਾਗਮ ਵਿੱਚ, ਕਾਂਗਰਸ ਪਾਰਟੀ ਦਾ ਉਹ ਸਮਾਗਮ ਸੀ, ਅੰਮ੍ਰਿਤਸਰ ਦਾ ਸ਼ਹਿਰ ਸੀ ਉਹ, ਜਿੱਥੇ ਇਹਨਾਂ ਨੇ ਇੱਕ ਕਵਿਤਾ ਗਾਈ। ਉਸ ਕਵਿਤਾ ਦਾ ਨਾਮ ਸੀ ਦਸ਼ਮੇਸ਼ ਦੀ ਫੋਟੋ। ਇਹ ਕਵਿਤਾ ਇਹਨਾਂ ਨੇ ਉੱਥੇ ਗਾਈ ਸੀ। ਇਹ ਤੁਸੀਂ ਥੋੜ੍ਹਾ ਯਾਦ ਰੱਖ ਲਿਓ, ਇੰਨਾ ਮਹੱਤਵਪੂਰਨ ਤਾਂ ਨਹੀਂ ਹੈਗਾ ਪਰ ਫਿਰ ਵੀ ਥੋੜ੍ਹਾ ਯਾਦ ਰੱਖ ਲਿਓ ਕਿ ਕਿਹੜੀ ਕਵਿਤਾ ਇਹਨਾਂ ਨੇ ਗਾਈ ਕਿਸੇ ਸਮਾਗਮ ਦੇ ਦੌਰਾਨ। ਤਾਂ ਉਹ ਦਸ਼ਮੇਸ਼ ਦੀ ਫੋਟੋ ਨਾਮਕ ਕਵਿਤਾ ਸੀ। ਇੱਕ ਪੁਸਤਕ ਇਹਨਾਂ ਦੀ ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ ਨਾਮ ਦੀ ਮਿਲਦੀ ਹੈ, ਜੋ ਕਿ 1958 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਇਹ ਥੋੜ੍ਹਾ ਜਿਹਾ ਵੀ ਧਿਆਨ 'ਚ ਰੱਖ ਲਿਓ, ਮਲਾਇਆ ਦੀ ਯਾਤਰਾ, ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ 1958। ਇੱਕ ਮਲਾਇਆ ਦੀ ਯਾਤਰਾ SS ਅਮੋਲ ਦੀ ਰਚਨਾ ਵੀ ਹੈ, ਉਹ ਥੋੜ੍ਹਾ ਤੁਸੀਂ ਫਰਕ ਧਿਆਨ 'ਚ ਰੱਖਣਾ। ਇੱਕ ਇਹਨਾਂ ਦੇ ਜੀਵਨ ਦੇ ਉੱਤੇ ਹੀ ਇੱਕ ਮਹਾਨ ਸ਼ਖਸੀਅਤ ਨੇ ਕਿਤਾਬ ਲਿਖੀ ਹੈ, ਪੁਸਤਕ ਲਿਖੀ ਹੈ। ਪੁਸਤਕ ਦਾ ਨਾਮ ਹੈਗਾ ਹੀਰਾ ਸਿੰਘ ਦਰਦ ਜੀਵਨ ਤੇ ਰਚਨਾ। ਭਾਵ ਇਹਨਾਂ ਦੀ ਜ਼ਿੰਦਗੀ ਦੇ ਉੱਤੇ, ਇਹਨਾਂ ਦੀ ਰਚਨਾਵਾਂ ਦੇ ਉੱਤੇ ਇੱਕ ਵਿਦਵਾਨ ਨੇ ਇੱਕ ਪੁਸਤਕ ਲਿਖੀ ਹੈ, ਜਿਹਦਾ ਨਾਮ ਮੈਂ ਦੱਸ ਚੁੱਕਿਆ, ਹੀਰਾ ਸਿੰਘ ਦਰਦ ਜੀਵਨ ਤੇ ਰਚਨਾ। ਪਰ ਉਹ ਵਿਦਵਾਨ ਕੌਣ ਸੀ ਜਿਨ੍ਹਾਂ ਨੇ ਇਹ ਪੁਸਤਕ ਰਚੀ ਜਾਂ ਲਿਖੀ? ਉਹਨਾਂ ਦਾ ਨਾਮ ਸੀ ਜੀਤ ਸਿੰਘ ਸ਼ੀਤਲ। ਇਹ ਵੀ ਮਹੱਤਵਪੂਰਨ ਪ੍ਰਸ਼ਨ ਹੈ, ਤੁਸੀਂ ਯਾਦ ਰੱਖਣਾ।
ਅਗਰ ਇਹਨਾਂ ਦੀ ਸਭ ਤੋਂ ਪਹਿਲੀ ਕਹਾਣੀ ਦੀ ਗੱਲ ਕਰ ਲਈਏ ਆਪਾਂ, ਵੈਸੇ ਆਪਣਾ ਟੋਪਿਕ ਆਧੁਨਿਕ ਪੰਜਾਬੀ ਕਾਵਿ ਹੈ, ਪਰ ਕਿਉਂਕਿ ਉਹ ਪਹਿਲੀ ਕਹਾਣੀ ਹੈ ਇਸ ਕਰਕੇ ਅਗਰ ਪਹਿਲੀ ਚੀਜ਼ ਉਹ ਪੁੱਛ ਲਈ ਜਾਂਦੀ ਹੈ ਤਾਂ ਮੈਂ ਇੱਥੇ ਦੱਸਣਾ ਤੁਹਾਨੂੰ ਇਹ ਵਾਜਬ ਸਮਝਦਾ ਕਿ ਪਹਿਲੀ ਕਹਾਣੀ ਤੁਹਾਨੂੰ ਦੱਸੀ ਜਾਵੇ, ਜੋ ਕਿ 1926 ਈਸਵੀ ਵਿੱਚ ਪ੍ਰਕਾਸ਼ਿਤ ਹੋਈ, ਜਿਹਦਾ ਨਾਮ ਸੀ ਸ਼ਹੀਦ ਦੀ ਅਮਾਨਤ। ਸ਼ਹੀਦ ਦੀ ਅਮਾਨਤ ਨਾਮਕ ਪਹਿਲੀ ਕਹਾਣੀ ਇਹਨਾਂ ਦੀ 1926 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਇਸ ਤੋਂ ਇਲਾਵਾ ਵੀ ਇਹਨਾਂ ਦੇ ਕਹਾਣੀ ਸੰਗ੍ਰਹਿ ਹੋਰ ਮਿਲਦੇ ਨੇ, ਜਿਸ ਤਰ੍ਹਾਂ ਆਸ ਦੀ ਤੰਦ ਇੱਕ ਕਹਾਣੀ ਸੰਗ੍ਰਹਿ ਹੈ, ਪਰ ਉਹ ਆਪਣਾ ਟੋਪਿਕ ਨਹੀਂ। ਆਪਾਂ ਆਧੁਨਿਕ ਪੰਜਾਬੀ ਕਾਵਿ ਦੇ ਸੰਦਰਭ 'ਚ ਇੱਥੇ ਗਿਆਨੀ ਹੀਰਾ ਸਿੰਘ ਦਰਦ ਦੀ ਚਰਚਾ ਕਰ ਰਹੇ ਹਾਂ, ਕਿਉਂਕਿ ਇਹਨਾਂ ਨੇ ਵਿਧਾਵਾਂ ਉੱਪਰ ਹੱਥ ਅਜ਼ਮਾਇਆ। ਭਾਵੇਂ ਜੀਵਨੀ ਹੋ ਗਈ, ਕਹਾਣੀ ਸੰਗ੍ਰਹਿ ਹੋ ਗਏ, ਠੀਕ ਹੈ, ਸਫ਼ਰਨਾਮੇ ਵਗੈਰਾ ਹੋ ਗਏ, ਇਹਨਾਂ ਨੇ ਸਾਰਾ ਬਹੁਤ ਕੁਝ ਲਿਖਿਆ, ਪਰ ਮੇਨਲੀ ਤੁਹਾਡੇ ਸਿਲੇਬਸ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਨੂੰ ਵੈਸੇ ਵੀ ਪ੍ਰਮੁੱਖਤਾ ਇੱਕ ਕਵੀ ਦੇ ਤੌਰ 'ਤੇ ਦਿੱਤੀ ਗਈ ਹੈ। ਹੁਣ ਅਖੀਰ ਵਿੱਚ ਆਪਾਂ ਇਹਨਾਂ ਦੀਆਂ ਕੁਝ ਕਵਿਤਾਵਾਂ ਦੀ ਗੱਲ ਕਰ ਲੈਂਦੇ ਹਾਂ। ਜਿਸ ਤਰ੍ਹਾਂ ਇੱਕ ਖਾਸ ਕਵਿਤਾ ਦੀ ਗੱਲ ਕਰਨ ਲੱਗੇ ਹਾਂ ਇੱਥੇ, ਤੈਂ ਕੀ ਦਰਦ ਨਾ ਆਇਆ। ਇਹ ਤੁਸੀਂ ਯਾਦ ਰੱਖਣੀ ਹੈ, ਸਪੈਸ਼ਲ ਕਾਫੀ ਮਹੱਤਵਪੂਰਨ ਹੈਗੀ ਇਹ। ਤਾਂ ਇਹ ਕਵਿਤਾ ਇਹਨਾਂ ਨੇ ਬਾਬਰ ਨੇ ਹਮਲਾ ਕੀਤਾ ਸੀ, ਤਬਾਹੀ ਮਚਾਈ ਸੀ, ਉਸ ਦੇ ਚਿੱਤਰ ਨੂੰ ਪੇਸ਼ ਕੀਤਾ ਅਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਨੂੰ ਦਾ ਜਿਹੜਾ ਹੈਗਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ 'ਤੇ ਕਿੰਨੇ ਉਪਕਾਰ ਕੀਤੇ। ਉਹ ਸਾਰੀ ਗੱਲਬਾਤ ਇਸ ਕਵਿਤਾ ਦੇ ਵਿੱਚ ਤੈਂ ਕੀ ਦਰਦ ਨਾ ਆਇਆ ਵਿੱਚ ਮਿਲਦੀ ਹੈ। ਬਾਬਰ ਦੀ ਤਬਾਹੀ, ਜਿਹੜੇ ਹਮਲੇ ਕੀਤੇ ਉਸਨੇ, ਅਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਦਾ ਜ਼ਿਕਰ ਹੈ ਇਹਦੇ ਵਿੱਚ। ਇਹ ਲਿਖੀ ਗਈ 13 ਅਕਤੂਬਰ 1919 ਨੂੰ ਇਹ ਕਵਿਤਾ ਲਿਖੀ ਗਈ, ਇਹ ਵੀ ਤੁਸੀਂ ਯਾਦ ਰੱਖਣਾ। ਇਸ ਕਵਿਤਾ ਵਿੱਚ ਦੀਆਂ ਕੁਝ ਸਤਰਾਂ ਨੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਅੱਖਾਂ ਨਾਲ ਨਾ ਦਿਸੇ ਤਸਵੀਰ ਤੇਰੀ, ਕੁਦਰਤ ਦੇਖ ਕੇ ਮੂੰਹ ਥੀ ਵਾਹ ਨਿਕਲੇ, ਕਣੀ ਦਰਦ ਦੀ ਕੋਈ ਖਿਲਾਰੀ ਆਵੇ, ਐਡੇ ਵਗ ਕੇ ਸਭ ਪ੍ਰਵਾਹ ਨਿਕਲੇ। ਇਹ ਤੈਂ ਕੀ ਦਰਦ ਨਾ ਆਇਆ ਕਵਿਤਾ ਦੀਆਂ ਕੁਝ ਸਤਰਾਂ ਨੇ। ਇਸ ਤੋਂ ਇਲਾਵਾ ਜਿਹੜੀਆਂ ਇਹਨਾਂ ਦੀਆਂ ਪ੍ਰਮੁੱਖ ਕਵਿਤਾਵਾਂ ਦੇ ਮੈਂ ਨਾਮ ਲੈਣ ਜਾ ਰਿਹਾ, ਇਹ 5-7 ਤੁਸੀਂ ਜ਼ਰੂਰ ਯਾਦ ਰੱਖਣੀਆਂ ਨੇ। ਜਿਸ ਤਰ੍ਹਾਂ ਕਿ ਸਰੀਰ ਦੀਆਂ ਛਾਵਾਂ। ਸਰੀਰ ਦੀਆਂ ਛਾਵਾਂ ਇਹ ਇਹਨਾਂ ਦੀ ਜੇਲ੍ਹ ਯਾਤਰਾ ਨਾਲ ਸੰਬੰਧਿਤ ਕਵਿਤਾ ਹੈ। ਪੁੱਛ ਲਿਆ ਜਾਂਦਾ ਕਿ ਜੇਲ੍ਹ ਯਾਤਰਾ ਨਾਲ ਸੰਬੰਧਿਤ ਕਵਿਤਾ ਕਿਹੜੀ ਹੈ, ਤਾਂ ਸਰੀਰ ਦੀਆਂ ਛਾਵਾਂ ਤੁਹਾਡਾ ਉੱਤਰ ਹੋਵੇਗਾ। ਇਸ ਤੋਂ ਇਲਾਵਾ ਰਾਵੀ ਝਣਾ ਦੇ ਵੈਣ, ਧਰਤੀ ਮਾਤਾ ਬੋਲ, ਅਧੂਰੀਆਂ ਸੱਧਰਾਂ, ਉਪਕਾਰੀ ਹੰਝੂ, ਜਲਿਆਂਵਾਲੇ ਬਾਗ ਦੀ ਵਿਸਾਖੀ, ਜੀਵਨ ਕਣੀਆਂ, ਬਾਹੂਬਲ ਦੇ ਭਰੋਸੇ, ਇਹ ਕੁਝ ਮਹੱਤਵਪੂਰਨ ਕਵਿਤਾਵਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਨੇ। ਇੱਕ ਪਰ ਇਹਨਾਂ ਦੇ ਪਿੱਛੇ ਜ਼ਿਕਰ ਕੀਤਾ ਫੁਲਵਾੜੀ ਮਾਸਿਕ ਪੱਤਰ ਬਾਰੇ, ਜੋ ਕਿ 1924 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇੱਕ ਅਖਬਾਰ ਵੀ ਸੀ ਇਹਨਾਂ ਦਾ ਅਕਾਲੀ, ਜੋ ਕਿ 1920 ਈਸਵੀ ਵਿੱਚ ਇਹਨਾਂ ਨੇ ਸੰਪਾਦਿਤ ਕੀਤਾ ਸੀ। ਸੰਪਾਦਿਤ ਨਹੀਂ ਕਹਾਂਗੇ ਕਿ ਸਹਾਇਕ ਸੰਪਾਦਕ ਉਹਨਾਂ ਦੇ ਨਿਯੁਕਤ ਹੋਏ ਸੀ। ਇਹ ਅਕਾਲੀ ਅਖਬਾਰ ਦੇ ਸੰਪਾਦਿਤ ਕਰਨ ਵਾਲੇ ਵਿਅਕਤੀ ਹੋਰ ਸੀ, ਉਹ ਮਿਲ ਕੇ ਇਹ ਅਖਬਾਰ ਸ਼ੁਰੂ ਕੀਤਾ ਗਿਆ ਸੀ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਤੇ ਮੰਗਲ ਸਿੰਘ ਉਹਨਾਂ ਨਾਲ ਮਿਲ ਕੇ ਸ਼ੁਰੂ ਕੀਤਾ ਸੀ ਇਹਨਾਂ ਨੇ। ਇਹ ਇੰਨੀ ਮਹੱਤਵਪੂਰਨ ਗੱਲ ਨਹੀਂ ਹੈਗੀ। ਮਹੱਤਵਪੂਰਨ ਗੱਲ ਇਹ ਹੈ ਕਿ ਫੁਲਵਾੜੀ ਜਿਹੜਾ ਮਾਸਿਕ ਪੱਤਰ ਹੈ ਉਹ 1924 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਉਸ ਤੋਂ ਇਲਾਵਾ ਹੀ ਫੁਲਵਾੜੀ ਸਿਰਲੇਖ ਅਧੀਨ ਇੱਕ ਹੋਰ ਪੁਸਤਕ ਮਿਲਦੀ ਹੈ। ਉਹ ਤਾਂ ਪੱਤਰ ਦੀ ਗੱਲ ਹੋ ਗਈ, ਮਾਸਿਕ ਪੱਤਰ ਦੀ ਗੱਲ ਹੋ ਗਈ, ਜੋ 1924 'ਚ ਪ੍ਰਕਾਸ਼ਿਤ ਹੋਇਆ। ਜਿਹੜੀ ਪੁਸਤਕ ਦੀ ਗੱਲ ਕਰ ਰਿਹਾ ਮੈਂ ਫੁਲਵਾੜੀ, ਉਸਦਾ ਨਾਮ ਵੀ ਫੁਲਵਾੜੀ ਹੈ। ਉਹਦੇ ਵਿੱਚ ਕਵਿਤਾਵਾਂ ਵੀ ਨੇ ਅਤੇ ਵਾਰਤਕ ਵੀ ਹੈ। ਭਾਵ ਕਵਿਤਾਵਾਂ ਅਤੇ ਵਾਰਤਕ ਦੇ ਸੁਮੇਲ ਵਾਲੀ ਇੱਕ ਪੁਸਤਕ ਹੈ ਜਿਹਦਾ ਨਾਮ ਵੀ ਫੁਲਵਾੜੀ ਹੈ। ਉਹ ਪੁਸਤਕ 1926 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਇਸ ਤੋਂ ਇਲਾਵਾ ਵੀ ਇਹਨਾਂ ਦੀਆਂ ਕਈ ਰਚਨਾਵਾਂ ਕਈ ਅਖਬਾਰਾਂ ਵਿੱਚ ਛਪਦੀਆਂ ਰਹੀਆਂ ਨੇ। ਹੋਰ ਬਹੁਤ ਸਾਰੇ ਅਖਬਾਰ ਨੇ, ਅਗਰ ਆਪਾਂ 3-4 ਹੋਰ ਯਾਦ ਕਰਨੇ ਹੋਣ, ਇਸ ਤਰ੍ਹਾਂ ਅਕਾਲੀ ਅਖਬਾਰ ਦੇ ਵਿੱਚ ਲਾਲ ਸਵੇਰਾ, ਨਵਾਂ ਯੁੱਗ ਜਾਂ ਰੋਜ਼ਾਨੀ ਕੌਮੀ ਦਰਦ, ਇਹਨਾਂ ਵਿੱਚ ਰਸਾਲਿਆਂ ਜਾਂ ਅਖਬਾਰਾਂ ਵਿੱਚ ਇਹਨਾਂ ਦੀ ਕਵਿਤਾਵਾਂ ਛਪਦੀਆਂ ਰਹੀਆਂ ਨੇ। ਤਾਂ ਉਮੀਦ ਹੈ ਜੀ ਅੱਜ ਦਾ ਲੈਕਚਰ ਵੀ ਤੁਹਾਨੂੰ ਕਾਫੀ ਜ਼ਿਆਦਾ ਜਾਣਕਾਰੀ ਪ੍ਰਦਾਨ ਕਰ ਪਾਇਆ ਹੋਵੇਗਾ।
ਜੋ ਵੀ ਮਹੱਤਵਪੂਰਨ ਜਾਣਕਾਰੀ ਸੀ ਹੀਰਾ ਸਿੰਘ ਦਰਦ ਦੇ ਸੰਦਰਭ ਦੇ ਵਿੱਚ ਉਹ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਗਈ ਹੈ। ਇਸ ਲੈਕਚਰ ਨੂੰ ਵੱਧ ਤੋਂ ਵੱਧ ਸੁਣਨ ਦੀ ਕੋਸ਼ਿਸ਼ ਕਰਿਓ, ਇੱਕ ਦੋ ਵਾਰ ਸੁਣਿਓ ਤਾਂ ਕਿ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਸਕੇ। ਕੋਈ ਸਮੱਸਿਆ ਆਉਂਦੀ ਹੈ ਤਾਂ ਆਪਾਂ ਡਾਊਟ ਸੈਸ਼ਨ ਦੇ ਵਿੱਚ ਕਲੀਅਰ ਕਰ ਲਵਾਂਗੇ। ਬਾਕੀ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੱਸੋ, ਇਹ ਹਰ ਲੈਕਚਰ ਵਿੱਚ ਕਿਹਾ ਜਾਂਦਾ ਹੈ, ਉਹਨਾਂ ਨੂੰ ਵੀ ਨਾਲ ਜੋੜੋ, ਕਿਸੇ ਦਾ ਭਲਾ ਹੋ ਜਾਊਗਾ। ਠੀਕ ਹੈ ਜੀ, ਇੰਨਾ ਹੀ ਕਹਾਂਗਾ। ਮੈਨੂੰ ਦਿਓ ਇਜਾਜ਼ਤ ਇਸ ਲੈਕਚਰ ਵਾਸਤੇ। ਨੈਕਸਟ ਲੈਕਚਰ ਤੁਹਾਨੂੰ ਜਲਦੀ ਹੀ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ ਜੀ। ਤਦ ਤੱਕ ਲਈ ਧੰਨਵਾਦ।